ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਨੰਦਪੁਰ ਸਾਹਿਬ ਸਤਿਗੁਰੂ ਜੀ ਦੇ ਦਰਬਾਰ ਵਿੱਚ ਇੱਕ ਕਵੀ ਜਿਸ ਦਾ ਨਾਮ ਅੰਮ੍ਰਿਤ ਰਾਏ ਸੀ, ਜੋ ਬੜਾ ਗੁਣੀ, ਵਿਦਵਾਨ ਅਤੇ ਸਤਿਗੁਰੂ ਜੀ ਦਾ ਸਿੱਖ ਬਣ ਮਨ ਦੀ ਸ਼ਾਂਤੀ ਪ੍ਰਾਪਤ ਕਰ ਚੁੱਕਾ ਸੀ ਅਤੇ ਨਿੱਤ ਉੱਚ ਪਾਏ ਦੀਆਂ ਕਵਿਤਾ ਰਚ ਕੇ ਸਾਹਿਬਾਂ ਦੀ ਪ੍ਰਸੰਨਤਾ ਪ੍ਰਾਪਤ ਕਰਦਾ ਸੀ। ਅੰਮ੍ਰਿਤ ਰਾਏ ਦਾ ਇੱਕ ਮਿੱਤਰ ਲਾਹੌਰ ਵਿੱਚ ਰਹਿੰਦਾ ਸੀ। ਉਹ ਵੀ ਬੜਾ ਵਿਦਵਾਨ ਅਤੇ ਹਿਕਮਤ ਦਾ ਬਹੁਤ ਮਾਹਰ ਸੀ। ਕੁਦਰਤ ਨੇ ਉਸ ਦੇ ਹੱਥ ਵਿੱਚ ਬਹੁਤ ਸਫਾ ਪ੍ਰਦਾਨ ਕੀਤੀ ਸੀ। ਜਿਸ ਨੂੰ ਵੀ ਉਹ ਦਵਾਈ ਦਿੰਦਾ, ਉਹ ਰਾਜ਼ੀ ਹੋ ਉਸ ਦਾ ਜਸ ਕਰਦਾ। 30 ਸਾਲ ਦੀ ਉਸ ਦੀ ਉਮਰ ਸੀ। ਘਰ ਵਿੱਚ ਸਾਰਾ ਸੁੱਖ ਆਰਾਮ ਸੀ। ਮਾਇਆ ਦਾ ਕੋਈ ਕਮੀ ਨਹੀਂ ਸੀ। ਲੁਕਾਈ ਵਿੱਚ ਬੜਾ ਨਾਮਣਾ ਅਤੇ ਸਤਿਕਾਰ ਸੀ, ਪਰ ਮਨ ਅਸ਼ਾਂਤ ਸੀ। ਕਈ ਸਾਧੂ ਮਹਾਤਮਾ, ਪੀਰਾਂ ਫਕੀਰਾਂ ਦੀ ਸੰਗਤ ਕੀਤੀ, ਤੀਰਥਾਂ 'ਤੇ ਵੀ ਗਿਆ, ਪਰ ਮਨ ਦੀ ਨਾ ਅਸ਼ਾਂਤੀ ਦੂਰ ਹੋਈ ਅਤੇ ਨਾ ਹੀ ਭਟਕਣਾ ਖਤਮ ਹੋਈ। ਇਸ ਦਾ ਨਾਮ ਹੀ ਸੀ ਸੁਜਾਨ ਰਾਏ, ਜੋ ਲਾਹੌਰ ਸ਼ਹਿਰ ਦੇ ਰਹਿਣ ਵਾਲਾ ਸੀ। ਅੰਮ੍ਰਿਤ ਰਾਏ ਸੁਜਾਨ ਰਾਏ ਦੀ ਆਤਮਿਕ ਭੁੱਖ ਨੂੰ ਜਾਣਦਾ ਸੀ। ਅੰਮ੍ਰਿਤ ਰਾਏ ਨੇ ਸੁਜਾਨ ਰਾਏ ਨੂੰ ਸੰਦੇਸ਼ ਭੇਜਿਆ, ਮੇਰੇ ਵੀਰ, ਮੈਂ ਤੇਰੇ ਅੰਦਰ ਦੀ ਵੇਦਨ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਮੇਰੇ ਅੰਦਰ ਵੀ ਇੱਕ ਭੁੱਖ ਸੀ, ਜਿਸ ਨੂੰ ਨਾ ਵਿੱਦਿਆ ਤ੍ਰਿਪਤ ਕਰ ਸਕੀ, ਨਾ ਹੀ ਮਾਇਆ ਅਤੇ ਨਾ ਮਾਣ ਸਤਿਕਾਰ। ਤੂੰ ਮੇਰਾ ਜਿਗਰੀ ਮਿੱਤਰ ਹੈ। ਜੇ ਅੰਦਰਲੀ ਅਤ੍ਰਿਪਤੀ ਤੋਂ ਨਿਜਾਤ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਬਿਨਾਂ ਦੇਰੀ ਕੀਤੇ ਸਭ ਸ਼ੰਕਿਆਂ ਦਾ ਤਿਆਗ ਕਰ ਸ਼੍ਰੀ ਅਨੰਦਪੁਰ ਸਾਹਿਬ ਆ ਜਾ। ਅਨੰਦਪੁਰ ਸਾਹਿਬ ਵਿਖੇ ਸਮਰਥਕ ਪਰਮਾਤਮਾ ਦਾ ਰੂਪ ਸੀ। ਸ਼੍ਰੀ ਗੁਰੂ ਗੋਬਿੰਦ ਜੀ ਵਿਰਾਜ ਰਹੇ ਸਨ। ਛੇਤੀ ਆ ਅਤੇ ਦਰਸ਼ਨ ਕਰ, ਆਪਣੇ ਮਨ ਦੀ ਤ੍ਰਿਪਤੀ ਕਰਕੇ ਸੁਖੀ ਹੋ ਜਾ। ਸੁਜਾਨ ਰਾਏ ਨੇ ਆਪਣੇ ਮਿੱਤਰ ਦਾ ਸੁਨੇਹਾ ਮਿਲਿਆ। ਮਨ ਨੂੰ ਕੁਝ ਦਰਾਸ ਪ੍ਰਾਪਤ ਹੋਈ। ਹੁਣ ਦਿਨ ਰਾਤ ਗੁਰੂ ਦਰਸ਼ਨਾਂ ਦੀ ਤਾਂਘ ਵਿੱਚ ਬਤੀਤ ਹੋਣ ਲੱਗਾ। ਅੰਦਰੋਂ ਐਸੀ ਖਿੱਚ ਬਣੇ ਕਿ ਉੱਡ ਕੇ ਪਹੁੰਚ ਜਾਵਾਂ, ਪਰ ਸਿਰ ਪਈਆਂ ਜ਼ਿੰਮੇਵਾਰੀਆਂ ਨੂੰ ਸੰਕੋਚਦਿਆਂ ਸਮਾਂ ਲੱਗ ਜਾਣਾ ਸੀ। ਅਨੰਦਪੁਰ ਸਾਹਿਬ ਦੀ ਤਿਆਰੀ ਆਰੰਭ ਕਰ ਦਿੱਤੀ। ਸਾਰਾ ਕਾਰਜ ਸੰਕੋਚ ਕੇ ਅਤੇ ਘਰ ਦੀ ਜ਼ਿੰਮੇਵਾਰੀ ਘਰ ਵਾਲੀ ਨੂੰ ਸੌਂਪ ਸੁਜਾਨ ਰਾਏ ਲਾਹੌਰ ਤੋਂ ਆਤਮਿਕ ਤ੍ਰਿਪਤੀ ਦੀ ਲਾਲਸਾ ਅਧੀਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਤੁਰ ਪਿਆ। ਰਸਤੇ ਵਿੱਚ ਪੜਾਅ ਕਰਦਾ ਸੁਜਾਨ ਰਾਏ ਕਲਗੀਧਰ ਜੀ ਦੇ ਦਰਬਾਰ ਵਿੱਚ ਪਹੁੰਚਾ। ਕੀਰਤਨ ਚੱਲ ਰਿਹਾ ਸੀ। ਸੰਗਤਾਂ ਸਤਿਗੁਰੂ ਜੀ ਦੇ ਚਰਨ ਪਰਸ ਕੇ ਜਨਮਾਂ ਜਨਮਾਂਤਰਾਂ ਦੇ ਖੋਟੇ ਕਰਮਾਂ ਤੋਂ ਨਿਜਾਤ ਪ੍ਰਾਪਤ ਕਰ ਜੀ-ਦਾਨ ਪ੍ਰਾਪਤ ਕਰ ਰਹੀਆਂ ਸਨ। ਸੁਜਾਨ ਰਾਏ ਨੇ ਵੀ ਸ਼੍ਰੀ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸੁਜਾਨ ਰਾਏ ਦੇ ਅੰਦਰ ਗੁਰੂ ਦਰਸ਼ਨਾਂ ਅਤੇ ਗੁਰੂ ਚਰਨਾਂ ਦੀ ਛੋਹ ਨਾਲ ਕੋਈ ਅਗੰਮੀ ਖੇਡ ਵਰਤ ਗਈ ਅਤੇ ਉਹ ਦਰਸ਼ਨ ਸਿੱਖ ਪਰੋਤਾ ਮੱਥਾ ਟੇਕ ਕੰਧ ਨਾਲ ਜਾ ਖਲੋਤਾ। ਇੱਕ ਟੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰੀ ਜਾ ਰਿਹਾ ਸੀ। ਦਰਸ਼ਨ ਕਰਕੇ ਸੁਜਾਨ ਸਿੰਘ ਦੇ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਸਭ ਅੱਗਾ ਪਿੱਛਾ ਭੁੱਲ ਗਿਆ। ਸੰਗਤ ਸਤਿਗੁਰੂ ਜੀ ਪਾਸੋਂ ਅਸੀਸ ਪ੍ਰਾਪਤ ਕਰ ਘਰਾਂ ਨੂੰ ਪਰਤੀਆਂ। ਕਲਗੀਧਰ ਜੀ ਨੇ ਸਿੱਖ ਨੂੰ ਭੇਜ ਕੇ ਭਾਈ ਸੁਜਾਨ ਰਾਏ ਨੂੰ ਕੋਲ ਸੱਦਿਆ।
ਪੁੱਛਿਆ, ਸਿੱਖਾ ਕੰਧ ਨਾਲ ਪਿੱਠ ਲਾਈ ਖਲੋਤਾ ਕੀ ਕਰ ਰਿਹਾ ਹੈ? ਸੁਜਾਨ ਰਾਏ ਨੇ ਸਿਰ ਨਹੁੜਾ ਉੱਤਰ ਦਿੱਤਾ, ਆਪ ਜੀ ਦੇ ਪਾਵਨ ਦਰਸ਼ਨ ਕਰ ਰਿਹਾ ਹਾਂ ਤੇ ਦਰਸ਼ਨਾਂ ਨਾਲ ਤ੍ਰਿਪਤੀ ਨਹੀਂ ਹੁੰਦੀ। ਕੰਧ ਨਾਲ ਇਸ ਕਰਕੇ ਖੜਾ ਹਾਂ ਕਿ ਮਤਾ ਆਪ ਦੇ ਸਨਮੁਖ ਖੜੇ ਹੋਣ ਨਾਲ ਕਿਸੇ ਹੋਰ ਸਿੱਖ ਤੇ ਆਪ ਜੀ ਦੇ ਵਿਚਕਾਰ ਮੈਂ ਰੁਕਾਵਟ ਬਣਾ। ਸਤਿਗੁਰੂ ਜੀ ਮੁਸਕਰਾਏ ਤੇ ਸੁਜਾਨ ਰਾਏ ਨੂੰ ਕਹਿਣ ਲੱਗੇ, ਸਿੱਖਾ ਇਹ ਦਰਸ਼ਨ ਸਾਡੇ ਅਧੂਰੇ ਦਰਸ਼ਨ ਹਨ। ਜਦੋਂ ਅਸੀਂ ਮਹਿਲਾਂ ਵਿੱਚ ਚਲੇ ਗਏ ਇਹ ਦਰਸ਼ਨ ਅਲੋਪ ਹੋ ਜਾਣੇ ਹਨ। ਮੇਰਾ ਅਸਲੀ ਸਰੂਪ ਗੁਰੂ ਸ਼ਬਦ ਤੇ ਸੰਗਤ ਹੈ। ਜੇ ਮੇਰੇ ਅਸਲੀ ਤੇ ਸਦੀਵੀ ਦਰਸ਼ਨ ਕਰਨੇ ਲੋਚਦਾ ਹੈ ਤਾਂ ਜੁੜ ਸ਼ਬਦ ਨਾਲ ਤੇ ਕਰ ਸੰਗਤ ਦੀ ਸੇਵਾ। ਸਾਰਿਆਂ ਨੂੰ ਮੇਰਾ ਰੂਪ ਜਾਣ, ਉਹਨਾਂ ਦੀ ਦਾਰੀ ਕਰ, ਮੇਰੇ ਅਸਲੀ ਦਰਸ਼ਨ ਤੈਨੂੰ ਪ੍ਰਾਪਤ ਹੋ ਜਾਣਗੇ। ਸੁਜਾਨ ਰਾਏ ਨੇ ਬੇਨਤੀ ਕੀਤੀ, ਪਾਤਸ਼ਾਹ ਕਿੱਥੇ ਜਾਵਾਂ? ਸਤਿਗੁਰੂ ਕਲਗੀਧਰ ਜੀ ਕਹਿਣ ਲੱਗੇ, ਜਾ ਕੀਰਤਪੁਰ ਚਲੇ ਜਾ, ਉੱਥੇ ਬੈਠ ਸੇਵਾ ਕਮਾ, ਮੈਂ ਆਪੇ ਤੇਰੇ ਪਾਸ ਆਵਾਂਗਾ। ਭਾਈ ਸੁਜਾਨ ਰਾਏ ਜੀ ਨੇ ਕਲਗੀਧਰ ਜੀ ਦੇ ਚਰਨਾਂ 'ਤੇ ਸੀਸ ਨਵਾਇਆ। ਦਰਸ਼ਨ ਦੀਦਾਰ ਕਰ, ਅਸੀਸ ਪ੍ਰਾਪਤ ਕਰ। ਕੀਰਤਪੁਰ ਸਾਹਿਬ ਦੇ ਚਾਲੇ ਪਾ ਦਿੱਤੇ। ਕੀਰਤਪੁਰ ਸਾਹਿਬ ਤੋਂ ਵਾਰ ਨਿਵੇਕਲਾ ਖਾ ਕੇ ਵੇਖ ਝੋਪੜੀ ਪਾ ਲਈ। ਆਪ ਜੀ ਅੰਮ੍ਰਿਤ ਵੇਲੇ ਉੱਠ ਕਰ ਇਸ਼ਨਾਨ ਸਿਮਰ ਪ੍ਰਭੂ ਆਪਣਾ ਦੀਕਾਰ ਕਰਨ ਜੁਟ ਜਾਂਦੇ। ਬਾਕੀ ਸਾਰਾ ਦਿਨ ਆਏ ਗਏ ਲੋੜਵੰਦਾਂ ਦੀ ਲੋੜ ਅਨੁਸਾਰ ਜਲ ਪਾਣੀ ਨਾਲ ਸੇਵਾ ਕਰਦੇ। ਤਨ ਦੇ ਰੋਗੀਆਂ ਨੂੰ ਦਵਾ ਦਾਰੂ ਦੇ ਕੇ ਉਹਨਾਂ ਦਾ ਦੁੱਖ ਦੂਰ ਕਰ ਲੁਕਾਈ ਦੀਆਂ ਅਸੀਸਾਂ ਪ੍ਰਾਪਤ ਕਰਦੇ। ਦੂਰ ਦੁਰੇਡੇ ਪਿੰਡਾਂ ਵਿੱਚ ਕਿਸੇ ਰੋਗੀ ਦਾ ਪਤਾ ਲੱਗਦਾ ਜਾਂ ਕੋਈ ਆ ਪੁਕਾਰ ਕਰਦਾ, ਉਸ ਨਾਲ ਚੱਲ ਕੇ ਜਾਂਦੇ ਤੇ ਆਪਣੇ ਹਿਕਮਤ ਦੇ ਗੁਣ ਨਾਲ ਉਸ ਦੀ ਦਾਰੀ ਕਰ ਗੁਰ ਅਸੀਸਾਂ ਪ੍ਰਾਪਤ ਕਰਦੇ। ਇਹ ਸਾਰਾ ਕਾਰਜ ਬਿਨਾਂ ਕੁਝ ਪੈਸੇ ਲਏ ਬੜੀ ਚਾਈਂ ਚਾਈਂ ਗੁਰੂ ਹੁਕਮ ਜਾਣ ਕਰਦੇ। ਜੋ ਆਤਮਿਕ ਰੋਗੀ ਹੁੰਦਾ ਉਸਨੂੰ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ। ਗੌੜੀ ਸੁਖਮਣੀ ਅੰਗ ਕਾ ਪੱਲਾ ਪਕੜਾ, ਉਸਦੀ ਆਤਮਾ ਦਾ ਰੋਗ ਦੂਰ ਕਰਦੇ। ਥੋੜ੍ਹੇ ਸਮੇਂ ਵਿੱਚ ਹੀ ਆਪ ਜੀ ਦੀ ਪਰ ਉਪਕਾਰੀ ਸੋ ਸਭਾ ਸਾਰੇ ਇਲਾਕੇ ਵਿੱਚ ਫੈਲ ਗਈ। ਸੰਗਤਾਂ ਰਾਹੀਂ ਕਲਗੀਧਰ ਜੀ ਦੇ ਕੰਨਾਂ ਵਿੱਚ ਵੀ ਸੁਜਾਨ ਰਾਏ ਜੀ ਦੀ ਪਰ ਉਪਕਾਰੀ ਸੋਭਾ ਸਮੇਂ ਸਮੇਂ ਪੈਂਦੀ ਰਹਿੰਦੀ। ਸਤਿਗੁਰੂ ਜੀ ਉਸਦੀ ਸੋਭਾ ਸੁਣ ਮੁਸਕਰਾਉਂਦੇ ਤੇ ਖੁਸ਼ੀ ਪ੍ਰਗਟ ਕਰਦੇ। ਭਾਈ ਸੁਜਾਨ ਰਾਏ ਜੀ ਦੇ ਕੰਨਾਂ ਵਿੱਚ ਜੋ ਸਤਿਗੁਰੂ ਜੀ ਦੇ ਵਚਨ ਕਹੇ ਸਨ ਕਿ ਸੰਗਤ ਵਿਖੇ ਗੁਰੂ ਹੈ ਕਹਿੰਦਾ, ਇਹ ਸਭ ਸ਼ੁਭ ਵਾਕ ਗੁਰਾਂ ਦੇ ਉਸਦੇ ਕੰਨਾਂ ਵਿੱਚ ਗੂੰਜਦੇ। ਉਸ ਗੁਰਮੁਖ ਤੋਂ 5 ਵਰ੍ਹੇ ਸੰਗਤ ਦੀ ਸੇਵਾ ਕਰਵਾਉਂਦੇ ਰਹੇ ਅਤੇ 5 ਵਰ੍ਹੇ ਗਾਖੜੀ ਕਾਰ ਕਾਰਨ ਉਪਰੰਤ 6ਵਾਂ ਵਰ੍ਹਾ ਵੀ ਲੰਘਣ ਵਾਲਾ ਸੀ। ਸੇਵਕ ਕਮਾਉਂਦਿਆਂ ਮਨ ਨਿਰਮਲ ਪਵਿੱਤਰ ਹੋ ਚੁੱਕਾ ਸੀ। ਸਤਿਗੁਰੂ ਜੀ ਦੇ ਦਰਸ਼ਨਾਂ ਦੀ ਸਿੱਕ ਦਿਨੋਂ ਦਿਨ ਵੱਧਦੀ। ਵਿਰਾਗਵਣ ਅੱਖਾਂ ਰਾਹੀਂ ਹੰਝੂਆਂ ਦੇ ਰੂਪ ਵਿੱਚ ਵਹਿੰਦੀ ਰਹੀ। ਭਾਈ ਸੁਜਾਨ ਰਾਏ ਦਿਨ ਰਾਤ ਤੂੰ ਚੋ ਸੱਜਣ ਮੈਂਡਿਆ ਡੇਈ ਜਿਸ ਉਤਾਰ, ਨੈਣ ਮੈਂਜੇ ਤਸ ਦੇ ਕਦ ਪਸੀ ਦੀਦਾਰ ਦੀ ਵਿਰਾਗੀ ਅਵਸਥਾ ਵਿੱਚ ਰਹਿੰਦੇ। ਧਿਆਨ ਲੀਨ ਹਨੋਂ ਸਮੇਂ ਇੱਕ ਚੰਦਨ ਦੀ ਚੌਂਕੀ ਉੱਪਰ ਸੁੰਦਰ ਗਲੀਚਾ ਵਿਛਾ ਸਾਹਮਣੇ ਰੱਖ ਲੈਂਦੇ ਤੇ ਸਤਿਗੁਰੂ ਕਲਗੀਧਰ ਜੀ ਨੂੰ ਸਨਮੁਖ ਪ੍ਰਤੀਤ ਕਰਦੇ। ਪਰ ਸਰਦੀ ਦੀ ਅੱਧੀ ਰਾਤ ਗੁਰਦੇਵ ਕਲਗੀਧਰ ਜੀ ਘੋੜੇ 'ਤੇ ਸਵਾਰ ਹੋ ਅਨੰਦਪੁਰ ਸਾਹਿਬ ਤੋਂ ਧਿਆਨ ਵਿੱਚ ਲੀਨ ਭਾਈ ਸੁਜਾਨ ਰਾਏ ਦੀ ਝੋਪੜੀ ਅੱਗੇ ਆ ਪਹੁੰਚੇ। ਘੋੜਾ ਵਾਰ ਬੰਨ੍ਹ ਸਤਿਗੁਰੂ ਜੀ ਨੇ ਭਾਈ ਸੁਜਾਨ ਰਾਏ ਦੀ ਝੋਪੜੀ ਦਾ ਦਰਵਾਜ਼ਾ ਖੋਲ੍ਹਿਆ, ਪਰ ਸੁਜਾਨ ਰਾਏ ਗੁਰੂ ਧਿਆਨ ਮੂਰਤ ਵਿੱਚ ਮਗਨ ਸਮਾਧੀ ਲੀਨ ਸੀ। ਸਤਿਗੁਰੂ ਜੀ ਸਾਹਮਣੇ ਪਈ ਚੰਦਨ ਦੀ ਚੌਂਕੀ 'ਤੇ ਵਿਰਾਜ ਗਏ। ਥੋੜ੍ਹਾ ਸਮਾਂ ਬੀਤਣ ਤੋਂ ਪਿੱਛੋਂ ਸਤਿਗੁਰੂ ਜੀ ਨੇ ਸੁਜਾਨ ਰਾਏ ਦੇ ਅੰਦਰ ਜੋ ਗੁਰੂ ਮੂਰਤ ਬਣੀ ਹੋਈ ਸੀ ਉਸਨੂੰ ਖਿੱਚ ਲਿਆ। ਸੁਜਾਨ ਰਾਏ
ਤਿਵਕਿਆ, ਅੱਖਾਂ ਖੁੱਲ੍ਹੀਆਂ। ਸਮਰਥ ਅੱਖ ਸਤਿਗੁਰਾਂ ਦੇ ਦਰਸ਼ਨ ਕਰ, ਗੁਰੂ ਚਰਨਾਂ ਨਾਲ ਲਿਪਟ ਗਿਆ। ਇੱਕ ਘੜੀ ਤੱਕ ਸਿੱਖ ਗੁਰੂ ਤੇ ਗੁਰੂ ਸਿੱਖ ਉਤਪੋਤ ਰਹੇ। ਇੰਨੇ ਸਮੇਂ ਵਿੱਚ ਭਾਈ ਸਜਾਨ ਰਾਏ ਨੂੰ ਬਾਹਰੋਂ ਇੱਕ ਵਿਆਕੁਲ ਕੂਕ ਵਿੱਚ ਸੱਦ ਸੁਣਾਈ ਦਿੱਤੀ। ਬਾਹਰ ਇੱਕ ਦੁਖੀਆ ਰੋਗੀ ਦਵਾ ਦਾਰੂ ਕਰਨ ਦੀ ਦੁਹਾਈ ਦੇ ਰਿਹਾ ਸੀ। ਭਾਈ ਵੀਰ ਸਿੰਘ ਜੀ ਦੇ ਸ਼ਬਦਾਂ ਵਿੱਚ ਇੰਨੇ ਤੱਕ ਇੱਕ ਸਦ ਵਿਆਕੁਲ ਕੂਕ ਕਰੇਂਦੀ ਆਈ, ਦਿਆ ਦੁਹਾਈ ਵੈਦ ਰਾਜ ਦੀ ਮੇਰੀ ਕਰੋ ਦਵਾਈ। ਤਰੁਕੀ ਸੂਰਤ ਸਿੱਖ ਦੀ ਸੁਣ ਕੇ ਬਾਹਰ ਮੁਖੀ ਹੁਣ ਹੋਈ, ਸਮਝ ਪਈ ਦਿਲ ਦੁਵਿਧਾ ਆਇਆ, ਸੂਰਤ ਸੋਚ ਪਰੋਈ। ਉਧਰ ਹੈ ਕੋਈ ਦੁਖੀਆ ਆਇਆ, ਉੱਚੀ ਹੈ ਜੋ ਰੋਇਆ, ਇਧਰ ਸਤਿਗੁਰ ਦਰਸ਼ਨ ਦਿੱਤੇ ਧਿਆਨ ਸਿੱਧ ਹੈ ਹੋਇਆ। ਸਿੱਖਦਿਆਂ ਇਹ ਛਿਨ ਲੱਦੀ ਜਾਵਾਂ ਵੇ ਖੁਦਾਈ, ਜੇ ਨਾ ਜਾਵਾਂ ਹੁਕਮ ਅਦੂਲੀ ਤਾਂ ਵੀ ਮੈਂ ਵੇਖ ਮੁਖਤਾਈ। ਆਦਰ ਦਿਆ ਕਿ ਹੁਕਮ ਮਨਾਵਾ, ਪਹਿਲੋਂ ਹੁਕਮ ਮਨਾਵਾਂ, ਫਿਰ ਆਚਰਨੀ ਪਿਆਰੇ ਰੋ ਰੋ ਭੁੱਲ ਬਖਸ਼ਾਵਾਂ। ਦੁਵਿਧਾ ਨੂੰ ਇੱਕ ਪਾਸੇ ਕਰਕੇ ਭਾਈ ਸਜਾਨ ਰਾਏ ਨੇ ਦੁਖੀ ਦਰਦੀ ਦੇ ਨਾਲ ਜਾ ਕੇ ਹੁਕਮ ਮੰਨਣ ਦੀ ਕਾਰ ਨੂੰ ਪਹਿਲ ਦਿੱਤੀ ਤੇ ਸਤਿਗੁਰੂ ਜੀ ਨੂੰ ਸੀਸ ਨਿਭਾ ਕੇ ਅਛੋਪਲੇ ਦੁਖੀਏ ਲੋੜਵੰਦ ਨਾਲ ਤੁਰ ਪਿਆ। ਸਤਿਗੁਰੂ ਜੀ ਉਸੇ ਧਿਆਨ ਮਗਨ ਬਿਰਤੀ ਵਿੱਚ ਚੌਂਕੀ ਉੱਪਰ ਹੀ ਵਿਰਾਜੇ ਰਹੇ। ਭਾਈ ਸਜਾਨ ਰਾਏ ਨੇ ਰੋਗੀ ਦੀ ਦਾਰੀ ਕਰ, ਦੁਖੀ ਨੂੰ ਸੁਖੀ ਕਰ, ਅਸੀਸਾਂ ਪ੍ਰਾਪਤ ਕਰ। ਮੁੜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਰੋ ਰੋ ਕੇ ਮਾਫੀ ਮੰਗੀ। ਸਤਿਗੁਰੂ, ਸਿੱਖਾਂ ਸਿੱਖਦਿਆਂ ਵਰ੍ਹਿਆਂ ਬਾਅਦ ਆਪ ਦੇ ਦਰਸ਼ਨ ਹੋਏ। ਮੈਂ ਗੁਸਤਾਖ ਨੇ ਗੁਸਤਾਖੀ ਕੀਤੀ ਹੈ, ਆਪ ਜੀ ਨੂੰ ਛੱਡ ਕੇ ਬਾਹਰ ਚਲਾ ਗਿਆ। ਸਤਿਗੁਰੂ ਜੀ ਦੀ ਪ੍ਰਸੰਨਤਾ ਦੇ ਘਰ ਆਏ ਸਜਾਨ ਰਾਏ ਨੂੰ ਘੁੱਟ ਛਾਤੀ ਨਾਲ ਲਾਇਆ ਤੇ ਵਚਨ ਕੀਤਾ, ਸਜਾਨ ਰਾਏ, ਤੇਰੀ ਘਾਲ ਥਾਈਂ ਪਈ। ਤੂੰ ਦੁਖੀ ਲੋੜਵੰਦ ਨਾਲ ਨਹੀਂ ਗਿਆ, ਤੂੰ ਮੇਰੇ ਨਾਲ ਗਿਆ। ਤੂੰ ਬਿਮਾਰ ਦੀ ਦਾਰੀ ਨਹੀਂ ਕੀਤੀ, ਤੂੰ ਮੇਰੀ ਦਾਰੀ ਕੀਤੀ ਹੈ। ਤੂੰ ਰੋਗੀ ਦੀ ਪ੍ਰਸੰਨਤਾ ਪ੍ਰਾਪਤ ਨਹੀਂ ਕੀਤੀ, ਸਗੋਂ ਮੇਰੀ ਪ੍ਰਸੰਨਤਾ ਦਾ ਪਾਤਰ ਬਣਿਆ ਹੈ। ਹੁਣ ਤੈਨੂੰ ਮੇਰੇ ਸੰਪੂਰਨ ਰੂਪ ਦੇ ਦਰਸ਼ਨ ਨਸੀਬ ਹੋ ਗਏ ਹਨ। ਸਤਿਗੁਰੂ ਜੀ ਨੇ ਆਪਣਾ ਕੋਮਲ ਹੱਥ ਸਜਾਨ ਰਾਏ ਦੇ ਸਿਰ ਉੱਪਰ ਫੇਰਦਿਆਂ ਜੋ ਬਚਨ ਕੀਤਾ, ਉਸ ਸਮੇਂ ਨੂੰ ਭਾਈ ਵੀਰ ਸਿੰਘ ਜੀ ਨੇ ਕਿਹਾ, ਸਿਰ 'ਤੇ ਕੋਮਲ ਹੱਥ ਫੇਰਿਆ, ਚੱਕ ਗਲੇ ਸਿੱਖ ਲਾਇਆ। ਗਾਲ ਪਈ ਅੱਜ ਥਾਉ ਤੁਹਾਡੀ ਇਹ ਵਰ ਮੁੱਖੋਂ ਅਲਾਇਆ। ਬਚਨ ਕਮਾਵੇ ਜਿਹੜਾ ਕੋਈ ਉਹ ਮੈਨੂੰ ਹੈ ਪਿਆਰਾ, ਸਿੱਖ ਉਹੀ ਸਤਸੰਗੀ ਉਹੀ ਮੇਰਾ ਪੁੱਤ ਦੁਲਾਰਾ। ਲੈ ਗਏ ਉਸਨੂੰ ਨਾਲ ਗੁਰੂ ਦੀ ਸੰਗਤ ਵਿੱਚ ਰਲਾਇਆ, ਨਾਮ ਸਜਾਨ ਸਿੰਘ ਉਸਨੂੰ ਬਖਸ਼ਿਆ ਟੱਬਰ ਫੇਰ ਬੁਲਾਇਆ। ਸਤਿਗੁਰੂ ਜੀ ਸਜਾਨ ਰਾਏ ਦੀ ਕੁਟੀਆ 'ਚੋਂ ਬਾਹਰ ਆਏ। ਸੰਗਤ ਨੇ ਬਾਹਰ ਦੀਵਾਨ ਸਜਾਇਆ ਹੋਇਆ ਸੀ, ਲੰਗਰ ਦੇ ਭੰਡਾਰੇ ਵਰਤ ਰਹੇ ਸਨ। ਸੰਗਤਾਂ ਜੀ ਨੇ ਸ੍ਰੀ ਗੁਰੂ ਜੀ ਲਈ ਜੋ ਸਿੰਘਾਸਨ ਤਿਆਰ ਕੀਤਾ ਸੀ, ਕਲਗੀਧਰ ਜੀ ਉਸ ਉੱਪਰ ਬਿਰਾਜਮਾਨ ਹੋਏ। ਸੰਗਤਾਂ ਦਰਸ਼ਨ ਕਰ ਨਿਹਾਲ ਹੋਈਆਂ। ਸਤਿਗੁਰੂ ਜੀ ਸੰਗਤ ਸਮੇਤ ਭਾਈ ਸਜਾਨ ਰਾਏ ਨੂੰ ਆਨੰਦਪੁਰ ਸਾਹਿਬ ਨਾਲ ਲੈ ਗਏ। ਸਜਾਨ ਰਾਏ ਦਾ ਪਰਿਵਾਰ ਲਾਹੌਰ ਤੋਂ ਮੰਗਵਾਇਆ। ਸਾਰਿਆਂ ਨੂੰ ਸਾਹਿਬਾਂ ਅੰਮ੍ਰਿਤ ਛਕਾ ਕੇ ਸਮੇਤ ਭਾਈ ਸਜਾਨ ਰਾਏ ਦੇ ਸਭ ਪਰਿਵਾਰ ਚੜ੍ਹਾਇਆ ਵੇੜੇ ਅਤੇ ਭਾਈ ਸਜਾਨ ਰਾਏ ਨੂੰ ਸਜਾਨ ਸਿੰਘ ਨਾਉ ਪ੍ਰਦਾਨ ਕਰ ਸਤਿਗੁਰੂ ਜੀ ਨੇ ਸੀਸਾਂ ਦਿੱਤੀਆਂ ਤੇ ਵਚਨ ਕੀਤਾ, ਸਜਾਨ ਸਿੰਘ, ਤੂੰ ਗੁਰੂ ਵਚਨਾਂ ਤੇ ਗੁਰੂ ਦੀ ਬਾਣੀ ਦੀ ਕਮਾਈ ਕਰਕੇ ਬਾਬਾ ਸੇਖ ਫਰੀਦ ਜੀ ਦੇ ਬਾਬਾ ਕਬੀਰ ਜੀ ਦੇ ਵਚਨਾਂ ਨੂੰ ਸਫਲ ਕੀਤਾ ਏ। ਬਾਬਾ ਫਰੀਦ ਜੀ ਫਰਮਾਨ ਕਰਦੇ ਹਨ ਕਿ ਪਰਮਾਤਮਾ ਦੇ ਰਹਿਣ ਦਾ ਨਿਵਾਸ ਅਸਥਾਨ ਸੰਸਾਰ ਹੈ ਤੇ ਸੰਸਾਰ ਪਰਮਾਤਮਾ ਦੇ ਵਿਰਾਟ ਰੂਪ ਵਿੱਚ ਸਮੋਇਆ ਹੋਇਆ ਹੈ। ਇਸ ਲਈ ਸਭ ਆਪਣੇ ਹਨ, ਕਿਸੇ ਨੂੰ ਬੁਰਾ ਨਾ ਕਹੋ ਤੇ ਕਿਸੇ ਨਾਲ ਬੁਰਾ ਨਾ ਕਰੋ। ਫਰੀਦਾ ਖਾਲਕ ਖਲਕ ਮੈਂ ਖਲਕ ਬਸੇ ਰੱਬ ਮਾਏ, ਮੰਦਾ ਕਿਸੇ ਨੂੰ ਆਖੀਐ ਜਾ ਤਿਸ ਬਿਨ ਕੋਇ ਨਾਏ। ਸ਼ਲੋਕ ਫਰੀਦ ਜੀ। ਲੋਗਾ ਭਰਮ ਨ ਭੁੱਲਿਓ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਕਰਿਓ ਸਭ ਠਾਈ। ਰਹਾਉ ਪ੍ਰਵਾਤੀ ਕਰਵੀਰ ਜੀ ਦੀ। ਸਜਾਨ ਸਿੰਘ ਪੜ੍ਹਦੇ ਤਾਂ ਸਾਰੇ ਹਨ, ਏਕ ਪਿਤਾ ਏਕ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਪਰ ਗੁਰੂ ਵਚਨਾਂ ਦੀ ਕਮਾਈ ਕੋਈ ਤੇਰੇ ਵਰਗਾ ਵਿਰਲਾ ਹੀ ਕਰਦਾ ਏ। ਗੁਰੂ ਦੇ ਵਚਨਾਂ ਹੀ ਅਸਲ ਗੁਰੂ ਹਨ। ਸਤਿਗੁਰੂ ਵਚਨ ਵਚਨ ਹੈ ਸਤਿਗੁਰੂ, ਪਾਦਰ ਮੁਕਤ ਜਨ ਵੇਗਿਓ,
ਕਾਨੜ ਅੰਗ ਸਜਾਨ ਸਿੰਘ, ਤੂੰ ਗੁਰੂ ਦੇ ਵਚਨਾਂ ਨੂੰ ਗੁਰੂ ਜਾਣ ਕੇ ਮੰਨਿਆ ਹੈ, ਤੂੰ ਪਾਰਗ੍ਰਾਮੀ ਹੋਇਆ। ਆਓ ਆਪਾਂ ਵੀ ਭਾਈ ਸਜਾਨ ਸਿੰਘ ਜੀ ਵਰਗੇ ਹੁਕਮੀ ਗੁਰਮੁਖਾਂ ਸਿੱਖਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਨ ਲਈ ਸਭ ਮੈਂ ਜੋਤ ਜੋਤ ਹੈ ਸੋਏ ਦਾ ਗੁਰੂ ਹੁਕਮ ਮਨ ਵਚ ਕਰਮ ਕਰਕੇ ਹਿਰਦੇ ਵਸਾ ਉਸ ਉੱਪਰ ਅਸਲੀ ਰੂਪ ਨਾਲ ਪਹਿਰਾ ਦੇ ਕੇ ਖਲਕੱਤ ਦੀ ਟਹਿਰੀ ਵਿੱਚ ਟਹਿਲ ਵਿੱਚ ਤਤਪਰ ਹੋਈਏ, ਤਾਂ ਜੋ ਅਸੀਂ ਵੀ ਗੁਰੂ ਅਸੀਸ ਨਾਲ ਆਨੰਦਤਾ ਹੋ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।